ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਹੁਣ ਲੱਗਣਗੇ ਮਾਂ-ਬਾਪ ਦੇ ਕੈਨੇਡਾ ਦੇ ਵੀਜ਼ੇ, 30,000 ਅਰਜ਼ੀਆਂ ਹੋਣਗੀਆਂ ਸਵੀਕਾਰ। ਟਰੰਪ ਸਮਰਥਕਾਂ ਨੇ ਘੇਰੀ ਯੂਐਸ ਕੈਪੀਟੋਲ, ਪੁਲਿਸ ਦੇ ਨਾਲ ਭਿੜ ਕੇ ਪਹੁੰਚੇ ਅੰਦਰ। ਅਮਰੀਕਾ ਦੇ ਵਿੱਚ ਮਿਲੀ ਕਿਸਾਨਾਂ ਨੂੰ ਵੱਡੀ ਸਪੋਰਟ, ਅਮਰੀਕੀ ਸਪੀਕਰ ਨੇ ਪ੍ਰਦਰਸ਼ਨ ਦਾ ਕੀਤਾ ਸਮਰਥਨ। ਵੈਨਕੂਵਰ ਦੇ ਵਿੱਚ ਹਥਿਆਰ ਲੈ ਕੇ ਘੁੰਮ ਰਿਹਾ ਸੀ ਵਿਅਕਤੀ, ਪੁਲਿਸ ਨੇ ਚਲਾਈ ਗੋਲੀ, ਹੋਈ ਵਿਅਕਤੀ ਦੀ ਮੌਤ। ਸਾਬਕਾ ਲਿਬਰਲ ਐਮਪੀ ਦੀ ਟਲੀ ਪੇਸ਼ੀ, ਰਾਜ ਗਰੇਵਾਲ ਦੀ ਅਗਲੇ ਮਹੀਨੇ ਹੋਵੇਗੀ ਸੁਣਵਾਈ। ਓਨਟਾਰੀਓ ਦੇ ਵਿੱਚ ਹੋਵੇਗੀ ਹੋਰ ਸਖਤੀ, ਜਾਣੋ ਕੈਨੇਡਾ ਦੇ ਕਰੋਨਾ ਹਾਲਾਤ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਾਟਰੀ ਕੱਢੀ ਗਈ ਹੈ। ਹੁਣ ਮਾਂ-ਬਾਪ ਕੈਨੇਡਾ ਦੇ ਵਿੱਚ ਜਾ ਸਕਦੇ ਹਨ। 30,000 ਦੇ ਕਰੀਬ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਏਗਾ। ਦੱਸ ਦਈਏ ਕਿ ਦਾਦਾ-ਦਾਦੀ ਮਾਂ-ਬਾਪ ਨੂੰ ਬੁਲਾਉਣ ਦਾ ਜੋ ਕੈਨੇਡਾ ਦਾ ਪ੍ਰੋਗਰਾਮ ਹੈ ਉਸ ਨੂੰ ਟਾਲ ਦਿੱਤਾ ਗਿਆ ਸੀ ਕਿਉਂਕਿ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ, IRCC ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਹੁਣ ਜਾਣਕਾਰੀ ਦਿੱਤੀ ਗਈ ਹੈ, ਲਾਟਰੀ ਕੱਢੀ ਗਈ ਹੈ ਜਿਸ ਦੇ ਤਹਿਤ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਏਗਾ। ਕੁਝ ਦਿਨਾਂ ਤੱਕ ਬਾਕੀ ਸਾਰੀ ਜਾਣਕਾਰੀ ਸਾਂਝੀ ਕਰ ਲਈ ਜਾਏਗੀ। ਦੱਸ ਦਈਏ ਜਿਨ੍ਹਾਂ ਦੀ ਲਾਟਰੀ ਨਿਕਲੀ ਹੈ ਉਹਨਾਂ ਕੋਲ 60 ਦਿਨ ਦਾ ਸਮਾਂ ਹੋਏਗਾ ਆਪਣੀਆਂ ਅਰਜ਼ੀਆਂ ਦਾਖਲ ਕਰਵਾਉਣ ਦਾ। ਹੋ ਸਕਦਾ ਹੈ ਕਿ ਇਸ ਦੇ ਵਿੱਚ 10 ਹੋਰ ਦਿਨ ਵਾਧੂ ਦੇ ਦਿੱਤੇ ਜਾਣ ਕਿਉਂਕਿ ਕੋਵਿਡ-19 ਦਾ ਉੱਥੇ ਫੈਲਾਅ ਹੈ, ਉਸ ਦੇ ਚੱਲਦਿਆਂ ਇਸ ਦੇ ਵਿੱਚ ਥੋੜੀ ਰਾਹਤ ਦਿੱਤੀ ਜਾ ਸਕਦੀ ਹੈ। ਹੁਣ ਮਾਂ-ਬਾਪ ਦੇ ਕੈਨੇਡਾ ਦੇ ਵੀਜ਼ੇ ਲੱਗਣਗੇ ਕਿਉਂਕਿ 30,000 ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 2020 ਦੇ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੀ ਲਾਟਰੀ ਕੱਢੀ ਗਈ। ਪਹਿਲਾਂ ਇਸ ਲਾਟਰੀ ਨੂੰ 2020 ਦੇ ਆਖਿਰ ਦੇ ਵਿੱਚ ਕੱਢਿਆ ਜਾਣਾ ਸੀ ਕਿਉਂਕਿ ਕਰੋਨਾ ਵਾਇਰਸ ਫੈਲਿਆ ਹੋਇਆ ਹੈ, ਤਾਂ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਸੀ। ਇਸ ਦੀ ਜਾਣਕਾਰੀ ਖੁਦ IRCC ਵੱਲੋਂ ਸਾਂਝੀ ਕੀਤੀ ਗਈ ਸੀ। ਜਿਨ੍ਹਾਂ ਦਾ ਲਾਟਰੀ ਦੇ ਵਿੱਚ ਡਰਾਅ ਨਿਕਲਿਆ ਹੈ ਉਹਨਾਂ ਕੋਲ ਸਪਾਂਸਰਸ਼ਿਪ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ 60 ਦਿਨਾਂ ਦਾ ਸਮਾਂ ਹੈ। IRCC ਵੱਲੋਂ ਇਹਨਾਂ ਦਿਨਾਂ ਨੂੰ ਕਰੋਨਾ ਵਾਇਰਸ ਕਰਕੇ ਵਧਾਇਆ ਵੀ ਜਾ ਸਕਦਾ ਹੈ, ਜੋ ਕਿ 10 ਦਿਨ ਹੋਰ ਵਾਧੂ ਹੋ ਸਕਦੇ ਹਨ। IRCC ਨੇ ਦੱਸਿਆ ਹੈ ਕਿ PGP ਦੀਆਂ ਡਿਟੇਲਸ ਸਾਲ ਦੇ ਪਹਿਲੇ ਹਾਫ ਦੇ ਵਿੱਚ ਦੱਸੀਆਂ ਜਾਣਗੀਆਂ। ਇਸ ਤੋਂ ਬਾਅਦ IRCC ਹੋਰ ਲਾਟਰੀ ਵੀ ਐਲਾਨੇਗਾ। 2021 ਦਾ PGP 3 ਗੁਣਾ ਵੱਡਾ ਹੋ ਸਕਦਾ ਹੈ। ਇਸ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ IRCC 30,000 ਅਰਜ਼ੀਆਂ ਨੂੰ ਸਵੀਕਾਰ ਕਰੇਗਾ। ਸੋ ਇਹ ਚੰਗੀ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਕਿ ਮਾਂ-ਬਾਪ ਦੇ ਕੈਨੇਡਾ ਦੇ ਹੁਣ ਜ਼ਿਆਦਾ ਵੀਜ਼ੇ ਲੱਗਣਗੇ ਕਿਉਂਕਿ 30,000 ਦੇ ਕਰੀਬ ਐਪਲੀਕੇਸ਼ਨਸ ਨੂੰ ਮਨਜ਼ੂਰ ਕੀਤਾ ਜਾਵੇਗਾ। ਨਾਲ ਹੀ ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਡਰਾਅ ਦਾ ਐਲਾਨ ਕੀਤਾ ਗਿਆ ਹੈ। ਇਸ ਡਰਾਅ ਦਾ ਐਲਾਨ 5 ਜਨਵਰੀ 2021 ਨੂੰ ਕੀਤਾ ਗਿਆ, ਜਿਸ ਦੇ ਅਧੀਨ 168 ਕੈਂਡੀਡੇਟਸ ਨੂੰ ਸੱਦਾ ਦਿੱਤਾ ਗਿਆ। ਟਰੰਪ ਸਮਰਥਕਾਂ ਨੇ US ਕੈਪੀਟੋਲ ਇਮਾਰਤ ਨੂੰ ਘੇਰਿਆ ਹੈ। ਦਰਅਸਲ ਰਾਸ਼ਟਰਪਤੀ ਡੋਨਲਡ ਟਰੰਪ ਜੋ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਹਨ, ਉਹਨਾਂ ਵੱਲੋਂ ਲਗਾਤਾਰ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜੋ ਅਮਰੀਕਾ ਦੇ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਏ ਹਨ ਉਸ ਦੇ ਵਿੱਚ ਹੇਰਾਫੇਰੀ ਹੋਈ ਹੈ। ਬਾਰ-ਬਾਰ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਉਹ ਨਜ਼ਰ ਆ ਰਹੇ ਹਨ। ਆਪਣੇ ਸਪੋਰਟਰਸ ਨੂੰ ਉਹਨਾਂ ਵੱਲੋਂ ਸੰਬੋਧਿਤ ਕੀਤਾ ਗਿਆ ਜਿਸ ਦੇ ਵਿੱਚ ਫਿਰ ਤੋਂ ਇਸ ਗੱਲ ਨੂੰ ਦੁਹਰਾਇਆ ਗਿਆ। ਉਸ ਤੋਂ ਬਾਅਦ ਇਹਨਾਂ ਹਮਾਇਤੀਆਂ ਵੱਲੋਂ ਵੱਡੇ ਪੱਧਰ ਦੇ ਉੱਪਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨ ਇੰਨਾ ਵੱਡਾ ਹੋ ਗਿਆ ਕਿ ਇਹ ਸੈਨੇਟ ਚੈਂਬਰ ਦੇ ਵਿੱਚ ਦਾਖਲ ਹੋ ਗਏ। ਜੋ ਬਾਹਰ ਬੈਰੀਗੇਡਿੰਗ ਕੀਤੀ ਗਈ ਸੀ ਉਸ ਨੂੰ ਵੀ ਤੋੜਿਆ ਗਿਆ। ਪੁਲਿਸ ਦੇ ਨਾਲ ਇਹਨਾਂ ਵੱਲੋਂ ਇਹਨਾਂ ਦੀ ਜੋ ਭਿੜਤ ਹੋਈ ਹੈ ਉਸ ਤੋਂ ਬਾਅਦ ਅੰਦਰ ਸੈਨੇਟ ਚੈਂਬਰ ਦੇ ਵਿੱਚ ਦਾਖਲ ਹੋ ਕੇ ਇਹਨਾਂ ਵੱਲੋਂ ਨਾਅਰੇ ਲਗਾਏ ਗਏ ਹਨ ਜੋ ਡੋਨਲਡ ਟਰੰਪ ਦੇ ਹਮਾਇਤੀ ਹਨ ਕਿ ਇਹਨਾਂ ਚੋਣਾਂ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿੱਤ ਹੋਈ ਹੈ। ਅਮਰੀਕਾ ਦੇ ਵਿੱਚ ਟਰੰਪ ਸਪੋਰਟਰਸ ਵੱਲੋਂ ਵੱਡੇ ਪੱਧਰ ਦੇ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਇੰਨੇ ਵੱਡੇ ਪੱਧਰ ਦੇ ਉੱਪਰ ਕੀਤਾ ਜਾ ਰਿਹਾ ਹੈ ਕਿ ਉਹ ਸੈਨੇਟ ਚੈਂਬਰ ਦੇ ਅੰਦਰ ਤੱਕ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਉਹਨਾਂ ਵੱਲੋਂ ਇਸ ਗੱਲ ਦੇ ਉੱਪਰ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਚੋਣਾਂ ਦੇ ਵਿੱਚ ਟਰੰਪ ਦੀ ਜਿੱਤ ਹੋਈ ਹੈ। ਦੱਸ ਦਈਏ ਕਿ ਇੱਥੇ ਪ੍ਰੈਜ਼ੀਡੈਂਸ਼ੀਅਲ ਸਰਟੀਫਿਕੇਸ਼ਨ ਚੱਲ ਰਹੀ ਹੈ। ਅਜਿਹੇ ਦੇ ਵਿੱਚ ਟਰੰਪ ਹਮਾਇਤੀਆਂ ਵੱਲੋਂ US ਕੈਪੀਟੋਲ ਦੇ ਅੰਦਰ ਦਾਖਲ ਹੋ ਕੇ ਸੈਨੇਟ ਚੈਂਬਰ ਤੱਕ ਆਪਣੀ ਪਹੁੰਚ ਬਣਾ ਲਈ ਗਈ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ ਟਰੰਪ ਦੇ ਪੱਖ ਦੇ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਸੀ, ਜਿਸ ਦੇ ਚੱਲਦਿਆਂ ਕੈਪੀਟੋਲ ਇਮਾਰਤ ਨੂੰ ਲੌਕ ਕਰ ਦਿੱਤਾ ਗਿਆ ਸੀ। ਜੋ ਇੱਥੇ ਮੈਟਲ ਦੀ ਬੈਰੀਗੇਟਿੰਗ ਲੱਗੀ ਹੋਈ ਸੀ, ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਉਸ ਨੂੰ ਵੀ ਤੋੜ ਦਿੱਤਾ ਗਿਆ। ਪੁਲਿਸ ਨੇ ਇਹਨਾਂ ਨੂੰ ਪਿੱਛੇ ਕਰਨ ਵਾਸਤੇ ਪੈਪਰ ਸਪਰੇ ਦਾ ਇਸਤੇਮਾਲ ਕੀਤਾ ਗਿਆ ਸੀ, ਪਰ ਇਹ ਪ੍ਰਦਰਸ਼ਨਕਾਰੀ ਨਹੀਂ ਰੁਕੇ ਤੇ ਸੈਨੇਟ ਚੈਂਬਰ ਦੇ ਤੱਕ ਇਹ ਪਹੁੰਚ ਗਏ। ਦੱਸ ਦਈਏ ਕਿ ਇਹ ਸਭ ਉਦੋਂ ਹੋਇਆ ਜਦੋਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਪੋਰਟਰਸ ਨੂੰ ਸੰਬੋਧਨ ਕੀਤਾ ਅਤੇ ਇਸ ਦੇ ਵਿੱਚ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਕਿ ਜੋ ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਚੋਣਾਂ ਹੋਈਆਂ ਸਨ
ਉਸ ਦੇ ਜੋ ਨਤੀਜੇ ਆਏ ਹਨ, ਇਹਨਾਂ ਨਤੀਜਿਆਂ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਹੇਰਾਫੇਰੀ ਹੋਈ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਉਹ ਲੋਕਾਂ ਦੀ ਆਵਾਜ਼ ਨੂੰ ਦੱਬਣ ਨਹੀਂ ਦੇਣਗੇ। Gives a shit about your pensions. We give a shit that you uphold the Constitution. Or you're just following orders and fucking shoot. We love the police. We love the police. We love our country. We love our citizens. Second floor. ਅਮਰੀਕਾ ਦੇ ਵਿੱਚੋਂ ਕਿਸਾਨ ਅੰਦੋਲਨ ਨੂੰ ਵੱਡੀ ਸਪੋਰਟ ਮਿਲੀ ਹੈ, ਕਿਉਂਕਿ ਅਮਰੀਕਾ ਦੇ ਸਪੀਕਰ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ, ਇੱਕ ਪੱਤਰ ਲਿਖਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਸੋ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ ਇਸ ਚਿੱਠੀ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਵੱਲੋਂ ਆਪਣੀ ਸਪੋਰਟ ਦਿੱਤੀ ਗਈ ਹੈ, ਉਸ ਦੇ ਲਈ ਵੇਖੋ ਇਹ ਖਬਰ। ਕਿਸਾਨ ਅੰਦੋਲਨ ਨੂੰ ਅਮਰੀਕਾ ਦੇ ਵਿੱਚੋਂ ਵੱਡੀ ਸਪੋਰਟ ਮਿਲੀ ਹੈ। ਅਮਰੀਕੀ ਸਪੀਕਰ ਨੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਇਸ ਵਾਸਤੇ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ। ਅਮਰੀਕਾ ਦੇ ਵਿੱਚ ਵਿਸਕੌਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਨੇ ਭਾਰਤ ਦੇ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਦੀ ਗੱਲ ਨੂੰ ਸੁਣਨ। ਰੌਬਿਨ ਜੇ ਵਾਸ ਨੇ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਲਈ ਆਪਣਾ ਸਪੋਰਟ ਜ਼ਾਹਰ ਕੀਤਾ ਹੈ। ਉਹਨਾਂ ਨੇ ਇਸ ਤਰ੍ਹਾਂ ਦੀ ਇੱਕ ਚਿੱਠੀ ਭਾਰਤ ਦੇ ਵਿੱਚ ਅਮਰੀਕੀ ਦੂਤ ਕੇਨ ਜਸਟਰ ਨੂੰ ਵੀ ਦਿੱਤੀ ਹੈ। ਉਹਨਾਂ ਨੇ 4 ਜਨਵਰੀ ਨੂੰ ਇਹ ਚਿੱਠੀ ਲਿਖੀ ਸੀ, ਜਿਸ ਵਿੱਚ ਉਹਨਾਂ ਕਿਹਾ, ਵਿਸਕੌਨਸਿਨ ਅਤੇ ਭਾਰਤ ਦੇ ਵਿੱਚ ਇੱਕ ਸਮਾਨਤਾ ਹੈ, ਉਹ ਹੈ ਖੇਤੀ ਆਰਥਿਕਤਾ। ਸਾਡੇ ਰਾਜ ਦੇ ਕਿਸਾਨਾਂ ਦੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ ਕਿ ਕਿਸਾਨਾਂ ਦੀ ਰਾਏ ਜਾਣੇ ਬਗੈਰ ਉਹਨਾਂ ਨੂੰ ਪ੍ਰਭਾਵਿਤ ਕਰਨਾ ਅਤੇ ਕਾਨੂੰਨ ਬਣਾਉਣੇ ਜਾਂ ਫਿਰ ਸ਼ਾਂਤੀ ਦੇ ਨਾਲ ਇਕੱਠੇ ਹੋਣ ਤੇ ਉਹਨਾਂ ਦੇ ਅਧਿਕਾਰ ਦੀ ਵਰਤੋਂ ਦੇ ਵਿੱਚ ਰੁਕਾਵਟ ਪਾਉਣਾ। ਬੋਸ ਨੇ ਕਿਹਾ, ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਫੈਸਲੇ ਦੇ ਉੱਪਰ ਦੁਬਾਰਾ ਵਿਚਾਰ ਕਰੇਗੀ ਅਤੇ ਕਿਸਾਨਾਂ ਦੇ ਨਾਲ ਬੈਠ ਕੇ ਉਹਨਾਂ ਦੀਆਂ ਚਿੰਤਾਵਾਂ ਨੂੰ ਸੁਣੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਪਿਛਲੇ ਮਹੀਨੇ ਭਾਰਤ ਦੇ ਕਿਸਾਨਾਂ ਦੀ ਕਾਰਗੁਜ਼ਾਰੀ ਬਾਰੇ ਵਿਦੇਸ਼ੀ ਨੇਤਾਵਾਂ ਤੇ ਰਾਜਨੇਤਾਵਾਂ ਦੀ ਟਿੱਪਣੀ ਦੇ ਉੱਪਰ ਕਿਹਾ ਸੀ ਕਿ ਉਹ ਪੂਰੀ ਜਾਣਕਾਰੀ ਤੋਂ ਬਗੈਰ ਬਿਆਨ ਦੇ ਰਹੇ ਹਨ। ਅਜਿਹੀਆਂ ਟਿੱਪਣੀਆਂ ਅਣਉਚਿਤ ਹਨ, ਖਾਸ ਕਰ ਜਦੋਂ ਇੱਕ ਡੈਮੋਕ੍ਰੈਟਿਕ ਕੰਟਰੀ ਦਾ ਅੰਦਰੂਨੀ ਮਾਮਲਾ ਹੋਵੇ। ਸਾਬਕਾ ਲਿਬਰਲ ਐਮਪੀ ਦੀ ਪੇਸ਼ੀ ਟਲ ਗਈ ਹੈ। ਜੀ ਹਾਂ, ਰਾਜ ਗਰੇਵਾਲ ਦੀ ਪੇਸ਼ੀ ਹੁਣ ਫਰਵਰੀ ਮਹੀਨੇ ਦੇ ਵਿੱਚ ਹੋਵੇਗੀ, ਕਿਉਂਕਿ ਉਹਨਾਂ ਦੇ ਲਾਇਰ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਹੋਰ ਕੁਝ ਚੀਜ਼ਾਂ ਜਿਹੜੀਆਂ ਨੇ ਜਾਣਕਾਰੀ ਚਾਹੀਦੀ ਹੈ। ਇਸ ਦੇ ਚੱਲਦਿਆਂ ਇਸ ਨੂੰ ਅੱਗੇ ਟਾਲਿਆ ਗਿਆ ਹੈ। ਦੱਸ ਦਈਏ ਕਿ ਰਾਜ ਗਰੇਵਾਲ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੇ ਉੱਪਰ ਧੋਖੇ ਦੇ ਚਾਰਜਸ ਵੀ ਲੱਗੇ ਹੋਏ ਹਨ। ਸੋ ਇਸ ਦੇ ਚੱਲਦਿਆਂ ਉਹਨਾਂ ਦੀ ਹੁਣ ਜਿਹੜੀ ਪੇਸ਼ੀ ਹੈ ਉਹ 3 ਫਰਵਰੀ ਨੂੰ ਹੋਵੇਗੀ। ਸਾਬਕਾ ਲਿਬਰਲ ਐਮਪੀ ਜੋ ਧੋਖੇ ਦੇ ਚਾਰਜਸ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਦੀ ਸੁਣਵਾਈ ਅਗਲੇ ਮਹੀਨੇ ਜਾਣੀ ਫਰਵਰੀ ਤੱਕ ਟਾਲ ਦਿੱਤੀ ਗਈ ਹੈ। ਰਾਜ ਗਰੇਵਾਲ ਦੇ ਲਾਇਰ ਇੱਕ ਵਰਚੁਅਲ ਪੇਸ਼ੀ ਦੌਰਾਨ ਇਸ ਗੱਲ ਦੇ ਉੱਪਰ ਰਾਜ਼ੀ ਹੋਏ ਹਨ ਕਿ ਉਹਨਾਂ ਦੇ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ 3 ਨੂੰ ਹੋਵੇਗੀ।
ਗਰੇਵਾਲ ਦੇ ਵਕੀਲ ਅਲ ਖਾਲਿਬ ਨੇ ਕੇਸ ਲੜਨ ਦੇ ਲਈ ਕੋਰਟ ਕੋਲੋਂ ਹੋਰ ਜਾਣਕਾਰੀ ਮੰਗੀ ਹੈ। ਇਸ ਦੇ ਚੱਲਦਿਆਂ ਇਸ ਸੁਣਵਾਈ ਨੂੰ ਅੱਗੇ ਟਾਲਿਆ ਗਿਆ ਹੈ। ਆਰਸੀਐਮਪੀ ਨੇ ਗਰੇਵਾਲ ਨੂੰ ਬ੍ਰੈਚ ਆਫ ਟਰਸਟ ਅਤੇ ਫਰਾਡ ਦੇ ਅਧੀਨ ਚਾਰਜ ਕੀਤਾ ਸੀ। ਮਾਊਂਟੀਜ਼ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਉਹ ਆਪਣੀ ਸਿਆਸੀ ਤਾਕਤ ਦਾ ਇਸਤੇਮਾਲ ਕਰ ਰਹੇ ਹਨ। ਇਸ ਦੇ ਚੱਲਦਿਆਂ ਉਹਨਾਂ ਵੱਲੋਂ ਕਈ ਲੋਨ ਲਏ ਗਏ ਹਨ। ਹਾਲਾਂਕਿ ਰਾਜ ਗਰੇਵਾਲ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦੇ ਨਜ਼ਰ ਆਏ। ਉਹ ਇਹਨਾਂ ਨੂੰ ਡਿਨਾਈ ਕਰ ਰਹੇ ਸਨ, ਪਰ ਦੱਸ ਦਈਏ ਕਿ ਗਰੇਵਾਲ ਨੇ ਜਨਤਕ ਤੌਰ ਦੇ ਉੱਪਰ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਉਹ ਜੂਆ ਖੇਡਦੇ ਹਨ ਅਤੇ ਕਈ ਮਿਲੀਅਨਸ ਇਸ ਦੇ ਵਿੱਚ ਉਹ ਹਾਰ ਚੁੱਕੇ ਹਨ। ਇਸ ਤੋਂ ਬਾਅਦ ਉਹ ਕਾਫੀ ਵਿਵਾਦਾਂ ਦੇ ਵਿੱਚ ਆ ਗਏ। ਇਸ ਦੇ ਚੱਲਦਿਆਂ ਲਿਬਰਲਸ ਨੇ ਉਹਨਾਂ ਨੂੰ ਆਪਣੇ ਕਾਕਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਅਤੇ ਨਾ ਹੀ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਗਈ ਸੀ। ਸੋ ਹੁਣ ਜਿਹੜੇ ਚਾਰजेस ਦਾ ਉਹ ਸਾਹਮਣਾ ਕਰ ਰਹੇ ਹਨ, ਜਾਣੀ ਕਿ ਫਰਾਡ ਤੇ ਬ੍ਰੈਚ ਆਫ ਟਰਸਟ ਦਾ, ਇਸੇ ਦੇ ਚੱਲਦਿਆਂ ਉਹਨਾਂ ਦੀ ਅਗਲੀ ਪੇਸ਼ੀ ਫਰਵਰੀ 3 ਨੂੰ ਹੋਵੇਗੀ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਵਿੱਚ ਮਿਲਿਆ। ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਉੱਪਰ ਤੁਰੰਤ ਕਾਰਵਾਈ ਕਰਦਿਆਂ ਬਾਕੀ ਦੇਸ਼ਾਂ ਨੇ ਬ੍ਰਿਟੇਨ ਦੇ ਨਾਲ ਯਾਤਰਾ ਦੇ ਉੱਪਰ ਰੋਕ ਲਗਾ ਦਿੱਤੀ। ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਨਵਾਂ ਸਟ੍ਰੇਨ 41 ਦੇਸ਼ਾਂ ਤੱਕ ਫੈਲ ਚੁੱਕਿਆ ਹੈ। ਕੋਵਿਡ-19 ਦੇ ਨਵੇਂ ਸਟ੍ਰੇਨ ਨੇ ਕਈਆਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਹੁਣ 41 ਦੇਸ਼ਾਂ ਤੱਕ ਇਹ ਕੋਰੋਨਾ ਦਾ ਸਟ੍ਰੇਨ ਪਹੁੰਚ ਚੁੱਕਿਆ ਹੈ। ਇਹ ਪਹਿਲੇ ਵਾਇਰਸ ਦੇ ਮੁਕਾਬਲੇ 70% ਜ਼ਿਆਦਾ ਖਤਰਨਾਕ ਹੈ। 14 ਦਸੰਬਰ 2020 ਨੂੰ ਬ੍ਰਿਟੇਨ ਦੇ ਵਿੱਚ ਸਭ ਤੋਂ ਪਹਿਲਾਂ ਕੋਵਿਡ-19 ਦੇ ਸਟ੍ਰੇਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਸਾਂਝੀ ਕੀਤੀ ਗਈ ਸੀ। ਬਾਕੀ ਦੇਸ਼ਾਂ ਨੇ ਇਸ ਦੇ ਉੱਪਰ ਕਾਰਵਾਈ ਕਰਦਿਆਂ ਬ੍ਰਿਟੇਨ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਸੀ। ਪਰ ਹੁਣ 41 ਦੇਸ਼ਾਂ ਤੱਕ ਇਹ ਕੋਵਿਡ ਦਾ ਨਵਾਂ ਸਟ੍ਰੇਨ ਆਪਣੀ ਪਹੁੰਚ ਬਣਾ ਚੁੱਕਿਆ ਹੈ। ਇਸ ਦੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਂਝੀ ਕੀਤੀ ਗਈ ਹੈ। ਅਮਰੀਕਾ ਦੇ 4 ਸੂਬੇ ਕੈਲੀਫੋਰਨੀਆ, ਫਲੋਰੀਡਾ, ਕੋਲੋਰਾਡੋ ਅਤੇ ਨਿਊਯਾਰਕ ਦੇ ਵਿੱਚ ਵੀ ਇਸ ਦੇ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਅਮਰੀਕਾ ਦੇ ਵਿੱਚ ਇੱਕ ਅਧਿਐਨ ਕੀਤਾ ਗਿਆ, ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਕੋਰੋਨਾ ਤੋਂ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਜੋ ਮੌਜੂਦਾ ਅੰਕੜੇ ਹਨ ਉਹਨਾਂ ਤੋਂ 4 ਗੁਣਾ ਹੋ ਸਕਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜਿਨ੍ਹਾਂ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਕੋਵਿਡ-19 ਟੀਕਾ ਤਿਆਰ ਕੀਤਾ ਗਿਆ ਹੈ, ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਨਵੇਂ ਕੋਵਿਡ-19 ਦੇ ਰੂਪ ਨੂੰ ਮੌਜੂਦਾ ਵੈਕਸੀਨ ਦੇ ਨਾਲ ਖਤਮ ਕੀਤਾ ਜਾ ਸਕਦਾ ਹੈ। ਪਰ ਜੋ ਹੁਣ ਇਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਰਹੇ ਹਨ, ਉਸ ਦੇ ਨਾਲ ਕਿਤੇ ਨਾ ਕਿਤੇ ਚਿੰਤਾ ਤਾਂ ਵਧਦੀ ਨਜ਼ਰ ਆ ਰਹੀ ਹੈ। ਪਰ ਦੂਜੇ ਪਾਸੇ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ। ਓਨਟਾਰੀਓ ਦੇ ਵਿੱਚ ਜਦੋਂ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਉਸ ਦੇ ਚੱਲਦਿਆਂ ਲਾਕਡਾਊਨ ਲਗਾਇਆ ਗਿਆ, ਪਰ ਹੁਣ 3000 ਤੋਂ ਜ਼ਿਆਦਾ ਮਾਮਲੇ ਰੋਜ਼ਾਨਾ ਦੇਖੇ ਜਾ ਰਹੇ ਹਨ। ਇਸੇ ਦੇ ਚੱਲਦਿਆਂ ਗੱਲ ਕਹੀ ਜਾ ਰਹੀ ਹੈ ਕਿ ਇੱਥੇ ਹੋਰ ਸਖਤੀਆਂ ਕੀਤੀਆਂ ਜਾ ਸਕਦੀਆਂ ਨੇ। ਇਸ ਗੱਲ ਦਾ ਸੰਕੇਤ ਖੁਦ ਪ੍ਰੀਮੀਅਰ ਡਗ ਫੋਰਡ ਵੱਲੋਂ ਦਿੱਤਾ ਗਿਆ। ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਕੈਨੇਡਾ ਦੇ ਵਿੱਚ ਕੀ ਕੇਸਿਸ ਓਵਰਵਿਊ ਹੈ, ਦੱਸਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ ਹੁਣ ਹੋਰ ਵੀ ਸਖਤ ਪਾਬੰਦੀਆਂ ਲੱਗ ਸਕਦੀਆਂ ਹਨ, ਕਿਉਂਕਿ ਇੱਥੇ ਰੋਜ਼ਾਨਾ 3000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਗੱਲ ਦਾ ਸੰਕੇਤ ਖੁਦ ਪ੍ਰੀਮੀਅਰ ਡਗ ਫੋਰਡ ਵੱਲੋਂ ਦਿੱਤਾ ਗਿਆ ਹੈ। ਦੱਸੀਏ ਕਿ ਓਨਟਾਰੀਓ ਦੇ ਵਿੱਚ ਪਹਿਲਾਂ ਹੀ ਲਾਕਡਾਊਨ ਲੱਗਿਆ ਹੋਇਆ ਹੈ, ਕਿਉਂਕਿ ਰੋਜ਼ਾਨਾ ਇੱਥੇ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਜਿਸ ਦੇ ਚੱਲਦਿਆਂ 26 ਦਸੰਬਰ ਤੋਂ ਇੱਥੇ ਤਾਲਾਬੰਦੀ ਕੀਤੀ ਗਈ ਸੀ। ਹੁਣ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਇਸ ਸਮੇਂ 1500 ਦੇ ਕਰੀਬ ਹੈ ਅਤੇ 37 ਮੌਤਾਂ ਵੀ ਬੀਤੇ 24 ਘੰਟੇ ਦੌਰਾਨ ਦਰਜ ਕੀਤੀਆਂ ਗਈਆਂ। ਦੱਸ ਦਈਏ ਕਿ ਓਨਟਾਰੀਓ ਤੋਂ 3266 ਨਵੇਂ ਕੋਵਿਡ-19 ਦੇ ਕੇਸਿਸ ਸਾਹਮਣੇ ਆਏ ਹਨ। ਸੋ ਅਜਿਹੇ ਦੇ ਵਿੱਚ ਓਨਟਾਰੀਓ ਅੰਦਰ ਇਹਨਾਂ ਕੇਸਿਸ ਨੂੰ ਕੰਟਰੋਲ ਕਰਨਾ ਬੇहद ਜ਼ਰੂਰੀ ਹੈ। ਇਸੇ ਦੇ ਚੱਲਦਿਆਂ ਪ੍ਰੀਮੀਅਰ ਡਗ ਫੋਰਡ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਪਰ ਫੈਸਲਾ ਲਿਆ ਜਾਏਗਾ ਕਿ ਹੁਣ ਕਿੰਨੀਆਂ ਕੁ ਜ਼ਿਆਦਾ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ, ਕਿਉਂਕਿ ਇਸ ਦੇ ਵਿੱਚ ਹੁਣ ਸਕੂਲਾਂ ਨੂੰ ਬੰਦ ਰੱਖਣਾ ਸ਼ਾਮਿਲ ਹੈ। ਇਸ ਸਮੇਂ 361 ਲੋਕ ਇੰਟੈਂਸਿਵ ਕੇਅਰ ਅਧੀਨ ਹਨ ਅਤੇ 246 ਵੈਂਟੀਲੇਟਰ ਦੇ ਉੱਪਰ ਨੇ। ਟੋਰਾਂਟੋ ਤੋਂ 805, ਪੀਲ ਰੀਜਨ ਤੋਂ 523, ਯਾਰਕ ਰੀਜਨ ਤੋਂ 349 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਊਬੈਕ ਤੋਂ 2641 ਮਾਮਲੇ ਦਰਜ ਕੀਤੇ ਗਏ ਅਤੇ 47 ਲੋਕਾਂ ਦੀ ਇੱਥੇ ਇਸ ਵਾਇਰਸ ਕਾਰਨ ਜਾਨ ਵੀ ਗਈ ਹੈ। ਹੁਣ ਤੱਕ ਇੱਥੇ 2,17,999 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਚੋਂ 1,84,000 ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,393 ਹੈ, ਜਿਨ੍ਹਾਂ ਵਿੱਚੋਂ 202 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 176 ਕੋਵਿਡ-19 ਕੇਸਿਸ ਦਰਜ ਕੀਤੇ ਗਏ ਅਤੇ ਹੁਣ ਤੱਕ ਇੱਥੇ ਮਰਨ ਵਾਲਿਆਂ ਦੀ ਗਿਣਤੀ 700 ਹੋ ਗਈ ਹੈ। 237 ਮਰੀਜ਼ ਇਸ ਸਮੇਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ।
ਜਿਨ੍ਹਾਂ ਵਿੱਚੋਂ 32 ਇੰਟੈਂਸਿਵ ਕੇਅਰ ਅਧੀਨ ਹਨ ਅਤੇ 37 ICU ਦੇ ਮਰੀਜ਼ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 6,25,000 ਦੇ ਕਰੀਬ ਕੁੱਲ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। 16,327 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ। 5,29,000 ਰਿਕਵਰਡ ਕੇਸਿਸ ਹਨ। ਮਾਮਲਾ ਵੈਂਕੂਵਰ ਤੋਂ ਸਾਹਮਣੇ ਆਇਆ, ਜਿੱਥੇ ਹਥਿਆਰ ਲੈ ਕੇ ਇੱਕ ਵਿਅਕਤੀ ਘੁੰਮ ਰਿਹਾ ਸੀ। ਪੁਲਿਸ ਨੇ ਇਸ ਦੇ ਉੱਪਰ ਕਾਰਵਾਈ ਕਰਦਿਆਂ ਗੋਲੀ ਚਲਾਈ ਹੈ ਤੇ ਗੋਲੀ ਲੱਗਣ ਕਾਰਨ ਇਸ ਦੀ ਮੌਤ ਹੋ ਗਈ ਹੈ। ਜਾਣਕਾਰੀ ਹੁਣ ਤੱਕ ਜੋ ਮਿਲੀ ਹੈ ਉਸ ਦੇ ਮੁਤਾਬਕ ਇਸ ਵਿਅਕਤੀ ਦੀ ਉਮਰ 37 ਸਾਲ ਹੈ। ਕਾਫੀ ਗੁੱਸੇ ਦੇ ਵਿੱਚ ਇਹ ਨਜ਼ਰ ਆ ਰਿਹਾ ਸੀ। ਲੱਕੜ ਦੀ ਚੀਜ਼ ਦੇ ਨਾਲ ਖਿੜਕੀ ਇਮਾਰਤ ਦੀ ਤੋੜੀ ਗਈ ਹੈ। ਪੁਲਿਸ ਦੇ ਆਉਣ ਤੋਂ ਪਹਿਲਾਂ ਉੱਥੋਂ ਭੱਜ ਗਿਆ। ਸੜਕ ਦੇ ਉੱਪਰ ਇਹ ਹਥਿਆਰ ਲੈ ਕੇ ਬਿਨਾਂ ਕੱਪੜਿਆਂ ਦੇ ਘੁੰਮਦਾ ਨਜ਼ਰ ਆਇਆ। ਮਾਮਲਾ ਵੈਂਕੂਵਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਵੱਲੋਂ ਵਿਅਕਤੀ ਦੇ ਗੋਲੀ ਮਾਰੀ ਗਈ ਅਤੇ ਉਸ ਦੀ ਮੌਤ ਹੋ ਗਈ ਹੈ। ਜੀ ਹਾਂ, ਇਸ ਵਿਅਕਤੀ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ, ਜਿਸ ਨੂੰ ਵੈਂਕੂਵਰ ਪੁਲਿਸ ਨੇ ਗੋਲੀ ਮਾਰੀ ਹੈ। ਇਹ ਜਾਣਕਾਰੀ ਡਿਪਾਰਟਮੈਂਟ ਵੱਲੋਂ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਐਂਬੂਲੈਂਸ ਸਰਵਿਸ ਨੇ ਆਫੀਸਰਸ ਨੂੰ ਤੜਕੇ 5 ਵਜੇ ਪ੍ਰਿੰਸ ਐਵਨਿਊ ਨੇੜੇ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਨੇੜੇ ਬੁਲਾਇਆ ਸੀ। ਪੈਰਾਮੈਡਿਕਸ ਨੇ ਦੱਸਿਆ ਕਿ ਵਿਅਕਤੀ ਕਾਫੀ ਗੁੱਸੇ ਦੇ ਵਿੱਚ ਸੀ। ਇਸਨੇ ਲੱਕੜ ਦੀ ਚੀਜ਼ ਮਾਰ ਕੇ ਖਿੜਕੀ ਤੋੜ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਕਈ ਸੱਟਾਂ ਲੱਗੀਆਂ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਵਿਅਕਤੀ ਇੱਥੋਂ ਚਲਾ ਗਿਆ। ਉਸ ਦੇ ਹੱਥ ਦੇ ਵਿੱਚ ਹਥਿਆਰ ਸੀ। ਇਹ ਵਿਅਕਤੀ ਹਥਿਆਰ ਦੇ ਨਾਲ ਲੋਕਾਂ ਨੂੰ ਡਰਾ ਰਿਹਾ ਸੀ। ਇਸ ਮੌਕੇ ਦੇ ਉੱਪਰ ਇੱਕ ਵੀਡੀਓ ਵੀ ਜਾਰੀ ਹੋਈ ਹੈ, ਜਿਸ ਦੇ ਵਿੱਚ ਇਸ ਵਿਅਕਤੀ ਨੂੰ ਬਿਨਾਂ ਕੱਪੜਿਆਂ ਦੇ ਦੇਖਿਆ ਜਾ ਸਕਦਾ ਹੈ। ਇਸ ਦੇ ਹੱਥ ਦੇ ਵਿੱਚ ਹਥਿਆਰ ਫੜਿਆ ਹੋਇਆ ਸੀ ਅਤੇ ਇੱਥੇ ਘੁੰਮਦਾ ਹੋਇਆ ਨਜ਼ਰ ਆਇਆ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਵਿਅਕਤੀ ਦੇ ਉੱਪਰ ਗੋਲੀ ਮਾਰੀ। ਇਸ ਗੋਲੀ ਲੱਗਣ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪਰ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਿਕ ਇੰਨਾ ਹੀ ਪਤਾ ਚੱਲਿਆ ਹੈ ਕਿ 37 ਸਾਲਾ ਵਿਅਕਤੀ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਵਿੱਚ ਕੋਵਿਡ-19 ਦਾ ਕਾਫੀ ਜ਼ਿਆਦਾ ਪ੍ਰਭਾਵ ਹੈ, ਕਿਉਂਕਿ ਇੱਥੇ ਕਾਫੀ ਵੱਡੇ ਪੱਧਰ ਦੇ ਉੱਪਰ ਕਰੋਨਾ ਵਾਇਰਸ ਫੈਲਿਆ ਹੋਇਆ ਹੈ। ਅਜਿਹੇ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਇੱਥੋਂ ਖਬਰ ਸਾਹਮਣੇ ਆਈ ਹੈ। ਬਿਜਲੀ ਦਾ ਕੱਟ ਲੱਗਣ ਕਰਕੇ ਤਾਂ ਕਿ ਜਿਹੜੇ ਇੱਥੇ ਫ੍ਰੀਜ਼ਰ ਦੇ ਵਿੱਚ ਰੱਖੇ ਗਏ ਸਨ ਟੀਕੇ ਉਹ ਖਰਾਬ ਨਾ ਹੋ ਜਾਣ, ਐਮਰਜੈਂਸੀ ਆਧਾਰ ਦੇ ਉੱਪਰ ਜਲਦੀ ਦੇ ਵਿੱਚ ਲੋਕਾਂ ਨੂੰ ਇਹ ਟੀਕੇ ਲਗਾਏ ਗਏ ਹਨ। ਬਾਕੀ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਬਿਜਲੀ ਜਾਣ ਦੇ ਕਰਕੇ ਇੱਥੇ ਕਾਹਲ ਦੇ ਵਿੱਚ ਟੀਕੇ ਲਗਵਾਉਣੇ ਪਏ। ਅਮਰੀਕਾ ਦੇ ਵਿੱਚ ਇਸ ਸਮੇਂ ਕੋਵਿਡ-19 ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਤੇ ਕੈਲੀਫੋਰਨੀਆ ਦੇ ਵਿੱਚ ਵੀ ਲਗਾਤਾਰ ਇਹ ਗਿਣਤੀ ਵਧਦੀ ਜਾ ਰਹੀ ਹੈ। ਚਾਹੇ ਇੱਥੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਫਿਰ ਵੀ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਇਲਾਜ ਦੇ ਲਈ ਵਰਤੇ ਜਾ ਰਹੇ ਵੈਕਸੀਨ ਨੂੰ ਪ੍ਰਭਾਵਸ਼ਾਲੀ ਰੱਖਣ ਦੇ ਲਈ ਇਸ ਨੂੰ ਫ੍ਰੀਜ਼ਰ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਸ ਦਾ ਇੱਕ ਤਾਪਮਾਨ ਮੇਨਟੇਨ ਕਰਨਾ ਪੈਂਦਾ ਹੈ। ਉੱਤਰੀ ਕੈਲੀਫੋਰਨੀਆ ਦੀ ਇੱਕ ਕਾਉਂਟੀ ਦੇ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ। ਇਸ ਕਰਕੇ ਅਧਿਕਾਰੀਆਂ ਵੱਲੋਂ ਬਿਨਾਂ ਫ੍ਰੀਜ਼ਰ ਵਾਲੇ ਟੀਕਿਆਂ ਦੀਆਂ ਤਕਰੀਬਨ 830 ਡੋਜ਼ਸ ਨੂੰ ਪਿਘਲਣ ਜਾਂ ਖਰਾਬ ਹੋਣ ਤੋਂ ਪਹਿਲਾਂ ਐਮਰਜੈਂਸੀ ਆਧਾਰ ਦੇ ਉੱਪਰ ਉੱਥੇ ਮੌਜੂਦ ਲੋਕਾਂ ਨੂੰ ਲਗਾਇਆ ਗਿਆ। ਹਸਪਤਾਲ ਦੇ ਵਿੱਚ ਤੇਜ਼ੀ ਦੇ ਨਾਲ ਇੱਕ ਲਾਈਨ ਬਣਾਈ ਗਈ ਅਤੇ ਤਕਰੀਬਨ 2 ਘੰਟੇ ਦੇ ਅੰਦਰ ਇੱਥੇ ਮੌਜੂਦ ਲੋਕਾਂ ਨੂੰ ਇਹ ਟੀਕਾ ਲਗਾਇਆ ਗਿਆ, ਜਦਕਿ ਕੁਝ ਖੁਰਾਕਾਂ ਹੋਰ ਸਥਾਨਕ ਨਰਸਿੰਗ ਹੋਮਸ ਦੇ ਵਿੱਚ ਵੀ ਲਗਾਉਣ ਦੇ ਲਈ ਭੇਜੀਆਂ ਗਈਆਂ। ਹਸਪਤਾਲ ਦੇ ਵਿੱਚ ਫ੍ਰੀਜ਼ਰ 'ਚ ਰੱਖੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਬਿਨਾਂ ਬਿਜਲੀ ਤੋਂ ਖਰਾਬ ਹੋ ਸਕਦੀਆਂ ਸਨ। ਇਸ ਦੇ ਲਈ ਇਹਨਾਂ ਨੂੰ ਐਮਰਜੈਂਸੀ ਆਧਾਰ ਦੇ ਉੱਪਰ ਲਗਾ ਕੇ ਹਸਪਤਾਲ ਵੱਲੋਂ ਵੇਸਟ ਹੋਣ ਤੋਂ ਇਹਨਾਂ ਨੂੰ ਬਚਾ ਲਿਆ ਗਿਆ। ਵਿਸ਼ਵ ਸਿਹਤ ਸੰਗਠਨ ਇਸ ਚੀਜ਼ ਦਾ ਪਤਾ ਲਗਾਉਣਾ ਚਾਹੁੰਦਾ ਹੈ ਕਿ ਕੋਵਿਡ-19 ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ, ਕਿਸ ਤਰ੍ਹਾਂ ਇਸ ਦਾ ਫੈਲਾਅ ਹੋਣਾ ਸ਼ੁਰੂ ਹੋਇਆ ਹੈ। ਚੀਨ ਦੇ ਵਿੱਚ ਟੀਮ ਨੇ ਜਾਣ ਦੀ ਇਜਾਜ਼ਤ ਮੰਗੀ ਸੀ। ਚੀਨ ਵੱਲੋਂ ਅਜੇ ਤੱਕ ਟੀਮ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੇ ਚੱਲਦਿਆਂ ਵਿਸ਼ਵ ਸਿਹਤ ਸੰਗਠਨ ਹੁਣ ਜ਼ਿਆਦਾ ਚੀਨ ਤੋਂ ਨਾਰਾਜ਼ ਨਜ਼ਰ ਆ ਰਿਹਾ ਹੈ। ਇਸ ਦੀ ਜਾਣਕਾਰੀ ਉਹਨਾਂ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ ਕਿ ਉਹ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦੇ ਹਨ, ਪਰ ਚੀਨ ਵੱਲੋਂ ਪਤਾ ਨਹੀਂ ਕਿਉਂ ਅਜੇ ਤੱਕ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਵਿਸ਼ਵ ਸਿਹਤ ਸੰਗਠਨ ਨੇ ਚੀਨ ਦੇ ਨਾਲ ਨਾਰਾਜ਼ਗੀ ਦਿਖਾਈ ਹੈ। ਉਹ ਚੀਨ ਦੇ ਨਾਲ ਬੇਹੱਦ ਨਾਰਾਜ਼ ਹਨ ਕਿਉਂਕਿ ਚਾਈਨਾ ਕਰੋਨਾ ਜਾਂਚ ਦੀ ਇਜਾਜ਼ਤ ਨਹੀਂ ਦੇ ਰਿਹਾ। ਇਸੇ ਦੇ ਚੱਲਦਿਆਂ ਕਰੋਨਾ ਵਾਇਰਸ ਦੀ ਜਾਂਚ ਨੂੰ ਲੈ ਕੇ ਚੀਨ ਦੇ ਰਵੱਈਏ ਦੇ ਉੱਪਰ ਨਾਰਾਜ਼ਗੀ ਜ਼ਾਹਰ ਕੀਤੀ ਹੈ WHO ਨੇ। ਸੂਤਰਾਂ ਤੋਂ ਇੱਕ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਨੇ ਕਿਹਾ ਕਿ ਉਹ ਬਹੁਤ ਨਿਰਾਸ਼ ਹਨ ਕਿਉਂਕਿ ਚਾਈਨਾ ਨੇ ਹੁਣ ਤੱਕ ਕਰੋਨਾ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ ਹੈ, ਇਸ ਦੀ ਜਾਂਚ ਕਰ ਰਹੀ ਮਾਹਿਰਾਂ ਦੀ ਟੀਮ ਨੂੰ ਹੁਣ ਤੱਕ ਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ। 1 ਸਾਲ ਪਹਿਲਾਂ ਕਰੋਨਾ ਵਾਇਰਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਦਾ ਪਤਾ ਲਗਾਉਣ ਦੇ ਲਈ ਮਾਹਿਰਾਂ ਦੀ ਟੀਮ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਚਾਈਨਾ ਦੇ ਵੁਹਾਨ ਵਿੱਚ ਜਾਣ ਵਾਲੀ ਸੀ।
ਜੁਨੇਵਾ ਦੇ ਵਿੱਚ ਆਨਲਾਈਨ ਕਾਨਫਰੰਸ ਦੇ ਵਿੱਚ ਸੰਗਠਨ ਦੇ ਨਿਰਦੇਸ਼ਕ ਨੇ ਕਿਹਾ ਕਿ ਅਸੀਂ ਪਤਾ ਲਗਾ ਰਹੇ ਹਾਂ ਕਿ ਚੀਨੀ ਅਧਿਕਾਰੀਆਂ ਨੇ ਹੁਣ ਤੱਕ ਉੱਥੇ ਪੁੱਜਣ ਵਾਲੀ ਟੀਮ ਦੇ ਲਈ ਜ਼ਰੂਰੀ ਇਜਾਜ਼ਤ ਤੇ ਸਹਿਮਤੀ ਕਿਉਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਚੀਨ ਦੇ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਮੈਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਮਿਸ਼ਨ ਵਿਸ਼ਵ ਸਿਹਤ ਸੰਗਠਨ ਦੀ ਪਹਿਲ ਦੇ ਉੱਪਰ ਹੈ। ਕੋਵਿਡ-19 ਦੇ ਚੱਲਦਿਆਂ ਸਾਰੇ ਦੇਸ਼ਾਂ ਵੱਲੋਂ ਯਾਤਰਾਵਾਂ ਦੇ ਉੱਪਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਹੁਣ ਵੀ ਜੇਕਰ ਜਾਣਾ ਹੈ ਉਸ ਦੇ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਇਸ ਕਰਕੇ ਕਿਉਂਕਿ ਕੋਵਿਡ-19 ਦਾ ਫੈਲਾਅ ਤਕਰੀਬਨ ਸਾਰੇ ਦੇਸ਼ਾਂ ਦੇ ਵਿੱਚ ਹੈ ਤੇ ਕੁਝ ਦੇਸ਼ਾਂ ਦੇ ਵਿੱਚ ਸਭ ਤੋਂ ਵੱਡੇ ਪੱਧਰ ਦੇ ਉੱਪਰ ਹੈ। ਇਸੇ ਦੇ ਚੱਲਦਿਆਂ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ 에ਅਰਲਾਈਨਸ ਨੂੰ ਕਾਫੀ ਵੱਡਾ ਘਾਟਾ ਪਿਆ ਹੈ ਕਿਉਂਕਿ ਆਮ ਦੇ ਮੁਕਾਬਲੇ ਜੋ ਯਾਤਰੀਆਂ ਦੀ ਗਿਣਤੀ ਹੈ ਕਾਫੀ ਜ਼ਿਆਦਾ ਘਟੀ ਹੈ। ਅਮਰੀਕੀ 에ਅਰਲਾਈਨਸ ਨੂੰ ਕੋਰੋਨਾ ਵਾਇਰਸ ਦੇ ਕਾਰਨ ਵੱਡਾ ਨੁਕਸਾਨ ਹੋਇਆ ਹੈ। 2020 ਦੇ ਵਿੱਚ 31% ਯਾਤਰੀ ਘੱਟ ਦੇਖੇ ਗਏ ਹਨ। ਦੱਸ ਦਈਏ ਕਿ ਕੋਵਿਡ ਕਰਕੇ ਸਾਰੇ ਹੀ ਦੇਸ਼ਾਂ ਨੇ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ ਅਤੇ ਇਸ ਦੇ ਕਾਰਨ 에ਅਰਲਾਈਨਸ ਨੂੰ ਘਾਟਾ ਸਹਿਣਾ ਪਿਆ। ਅਮਰੀਕੀ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਅਮਰੀਕੀ ਸਰਕਾਰ ਨੇ 2020 ਦੇ ਵਿੱਚ ਹਵਾਈ ਅੱਡੇ ਤੇ 500 ਮਿਲੀਅਨ ਘੱਟ ਲੋਕਾਂ ਦੀ ਜਾਂਚ ਕੀਤੀ ਹੈ। 2019 ਦੇ ਮੁਕਾਬਲੇ 31% ਇਹ ਘੱਟ ਹੈ। ਇਸ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਹੈ ਕਿਉਂਕਿ ਇਸ ਦੌਰਾਨ ਟਰੈਵਲ ਰੈਸਟ੍ਰਿਕਸ਼ਨਸ ਲੱਗਣ ਦੇ ਕਾਰਨ ਹਵਾਈ ਯਾਤਰਾ ਘੱਟ ਲੋਕਾਂ ਵੱਲੋਂ ਕੀਤੀ ਗਈ। TSA ਨੇ ਕਿਹਾ ਹੈ ਕਿ 2020 ਦੇ ਵਿੱਚ ਆਪਣੇ ਹਵਾਈ ਅੱਡੇ ਦੀ ਸਿਕਿਉਰਿਟੀ ਆਊਟਪੋਸਟ ਦੇ ਉੱਪਰ 324 ਮਿਲੀਅਨ ਯਾਤਰੀਆਂ ਦੀ ਸਕਰੀਨਿੰਗ ਕੀਤੀ, ਜਦਕਿ 2019 ਦੇ ਵਿੱਚ 824 ਮਿਲੀਅਨ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਸੀ। ਪਰ ਹੁਣ ਚੰਗੀ ਖਬਰ ਇਹ ਹੈ ਕਿ ਹੁਣ ਹਵਾਈ ਯਾਤਰਾ ਦੇ ਵਿੱਚ ਫਿਰ ਤੋਂ ਤੇਜ਼ੀ ਦੇਖੀ ਜਾ ਰਹੀ ਹੈ। ਨਾਲ ਹੀ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 9 ਮਹੀਨਿਆਂ ਦੇ ਦੌਰਾਨ $36 ਬਿਲੀਅਨ ਤੋਂ ਜ਼ਿਆਦਾ ਦਾ ਨੁਕਸਾਨ 에ਅਰਲਾਈਨਸ ਨੂੰ ਹੋਇਆ ਹੈ ਅਤੇ ਇਸ ਤੋਂ ਬਾਅਦ ਹੁਣ ਜ਼ਰੂਰ ਆਸ ਵੱਧ ਗਈ ਹੈ ਕਿ ਹਵਾਈ ਯਾਤਰਾ ਦੇ ਵਿੱਚ ਤੇਜ਼ੀ ਅੱਗੇ ਨਾਲੋਂ ਜ਼ਿਆਦਾ ਆਵੇਗੀ। TSA ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਨੁਮਾਨ ਹੈ ਕਿ ਰੋਜ਼ਾਨਾ ਹਵਾਈ ਯਾਤਰਾ ਦੀ ਗਿਣਤੀ ਲਗਾਤਾਰ ਵਧੇਗੀ ਅਤੇ ਮੌਸਮ ਦੇ ਮੁਤਾਬਕ ਲੋਕ ਹੁਣ ਆਉਂਦੇ ਰਹਿਣਗੇ। ਇਸ ਤਰ੍ਹਾਂ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿਸੇ ਨਾ ਕਿਸੇ ਡਰ ਦੇ ਕਾਰਨ ਕੋਰੋਨਾ ਦਾ ਟੀਕਾ ਨਹੀਂ ਲਗਾਉਣਾ ਚਾਹੁੰਦੇ। ਸੋ ਇਸ ਨੂੰ ਉਤਸ਼ਾਹਿਤ ਕਰਨ ਦੇ ਲਈ ਹਿਊਸਟਨ ਦੇ ਵਿੱਚ ਇੱਕ ਕਦਮ ਚੁੱਕਿਆ ਗਿਆ ਹੈ। ਜਿਹੜੇ ਕਰਮਚਾਰੀ ਇੱਥੇ ਕੋਰੋਨਾ ਦਾ ਟੀਕਾ ਲਗਾਉਣਗੇ ਉਹਨਾਂ ਨੂੰ ਬੋਨਸ ਦਿੱਤਾ ਜਾਏਗਾ, ਜਾਣੀ ਕਿ ਉਹਨਾਂ ਨੂੰ ਡਾਲਰ ਦਿੱਤੇ ਜਾਣਗੇ। ਵੱਖ-ਵੱਖ ਦੇਸ਼ਾਂ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਅਜਿਹੇ ਦੇ ਵਿੱਚ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਸ ਟੀਕੇ ਨੂੰ ਲਗਵਾਉਣ ਦੇ ਬਾਰੇ ਵਿੱਚ ਡਰ ਹੈ। ਅਜਿਹੇ ਦੇ ਵਿੱਚ ਹਿਊਸਟਨ ਦੇ ਵਿੱਚ ਟੀਕਾ ਲਗਾਉਣ ਵਾਲਿਆਂ ਦਾ ਫਾਇਦਾ ਹੋਵੇਗਾ ਕਿਉਂਕਿ ਟੀਕਾ ਲਗਵਾਉਣ ਦੇ ਬਦਲੇ ਉਹਨਾਂ ਨੂੰ ਡਾਲਰ ਮਿਲਣਗੇ। ਜੀ ਹਾਂ, ਦੇਸ਼ ਦੇ ਵਿੱਚ ਕੋਰੋਨਾ ਵੈਕਸੀਨ ਦੇ ਚੱਲਦਿਆਂ ਕਈ ਹਸਪਤਾਲ ਦੇ ਕਰਮਚਾਰੀ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਹੇ ਹਨ। ਕਰਮਚਾਰੀਆਂ ਦੇ ਵਿੱਚ ਟੀਕੇ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਹਿਊਸਟਨ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ। ਹਿਊਸਟਨ ਦੇ ਮੈਥੋਡਿਸਟ ਹਸਪਤਾਲ ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਯਾਨੀ ਕਿ ਫਾਈਨੈਂਸ਼ੀਅਲ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਹਸਪਤਾਲ ਦੇ ਤਕਰੀਬਨ 26,000 ਕਰਮਚਾਰੀ ਮਾਰਚ ਤੱਕ ਇਹ ਇਨਾਮ ਪ੍ਰਾਪਤ ਕਰ ਸਕਦੇ ਹਨ। ਹਸਪਤਾਲ ਦੇ CEO ਡਾਕਟਰ ਮਾਰਕ ਬਲੂਮ ਨੇ ਪਿਛਲੇ ਹਫ਼ਤੇ ਇੱਕ ਈਮੇਲ ਦੇ ਰਾਹੀਂ ਵਰਕਰਜ਼ ਨੂੰ ਕਿਹਾ ਕਿ 2020 ਦੀ ਕੋਰੋਨਾ ਪੈਂਡੇਮਿਕ ਦੇ ਦੌਰਾਨ ਨਿਭਾਈਆਂ ਸੇਵਾਵਾਂ ਦੇ ਧੰਨਵਾਦ ਵਜੋਂ $500 ਦਾ ਬੋਨਸ ਉਹਨਾਂ ਨੂੰ ਦਿੱਤਾ ਜਾਵੇਗਾ। ਪਰ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਦੇ ਨਿਯਮ ਦੇ ਵਿੱਚ ਇੱਕ ਕੋਰੋਨਾ ਟੀਕਾ ਲਗਵਾਉਣਾ ਸ਼ਾਮਿਲ ਹੈ। ਇਸ ਤੋਂ ਲਗਭਗ 6 ਹਫ਼ਤੇ ਪਹਿਲਾਂ ਵੀ ਹਸਪਤਾਲ ਦੇ ਵਰਕਰਜ਼ ਨੂੰ ਇਸ ਮਹਾਮਾਰੀ ਦੌਰਾਨ ਕੀਤੇ ਕੰਮ ਦੇ ਲਈ $500 ਦਾ ਬੋਨਸ ਦਿੱਤਾ ਗਿਆ ਸੀ। ਵੈਕਸੀਨੇਸ਼ਨ ਸੰਬੰਧੀ ਪਿਊ ਰਿਸਰਚ ਸੈਂਟਰ ਅਨੁਸਾਰ ਅਮਰੀਕੀ ਅਫਰੀਕੀ ਲੋਕ ਟੀਕਾ ਲਗਵਾਉਣ ਤੋਂ ਜ਼ਿਆਦਾ ਝਿਜਕ ਮਹਿਸੂਸ ਕਰ ਰਹੇ ਹਨ। ਇਸ ਰਿਸਰਚ ਦੇ ਵਿੱਚ ਦੱਸਿਆ ਗਿਆ ਕਿ ਕੇਵਲ ਕੁਝ ਹੀ ਅਮਰੀਕਨਜ਼ ਅਜਿਹੇ ਹਨ ਜੋ ਕਿ ਟੀਕਾ ਲਗਵਾਉਣਾ ਚਾਹੁੰਦੇ ਹਨ। ਓਨਟਾਰੀਓ ਦੇ ਵਿੱਚ ਕੋਵਿਡ-19 ਦਾ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਰੋਜ਼ਾਨਾ 3000 ਤੋਂ ਪਾਰ ਮਾਮਲੇ ਇੱਥੇ ਦਰਜ ਕੀਤੇ ਜਾ ਰਹੇ ਹਨ। ਹੁਣ ਇਹ ਗੱਲ ਕਹੀ ਜਾ ਰਹੀ ਹੈ, ਸਰਕਾਰ ਵੱਲੋਂ ਇਸ ਚੀਜ਼ ਨੂੰ ਲੈ ਕੇ ਫੈਸਲਾ ਕੀਤਾ ਗਿਆ ਹੈ ਕਿ ਇੱਥੇ ਵੈਕਸੀਨੇਸ਼ਨ ਨੂੰ ਤੇਜ਼ ਕੀਤਾ ਜਾਏਗਾ, ਯਾਨੀ ਟੀਕਾਕਰਨ ਦੀ ਮੁਹਿੰਮ ਨੂੰ ਉਹਨਾਂ ਖੇਤਰਾਂ ਦੇ ਵਿੱਚ ਜਲਦ ਲਗਾਇਆ ਜਾਏਗਾ ਜਿੱਥੇ ਸਭ ਤੋਂ ਜ਼ਿਆਦਾ ਕੋਰੋਨਾ ਦਾ ਪ੍ਰਭਾਵ ਹੈ। ਓਨਟਾਰੀਓ ਦੇ ਵਿੱਚ ਇਸ ਸਮੇਂ ਕੋਵਿਡ-19 ਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲਾਕਡਾਊਨ ਲੱਗਿਆ ਹੋਇਆ ਹੈ। ਇਸ ਦੇ ਬਾਵਜੂਦ ਰੋਜ਼ਾਨਾ 3000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ ਇੱਥੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਓਨਟਾਰੀਓ ਸਰਕਾਰ ਦਾ ਹੁਣ ਟੀਚਾ ਹੈ ਕਿ ਟੋਰਾਂਟੋ, ਪੀਲ ਰੀਜਨ, ਯਾਰਕ ਰੀਜਨ ਅਤੇ ਵਿੰਡਸਰ ਐਸੈਕਸ ਦੇ ਸਾਰੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਜਲਦੀ ਹੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਨੂੰ ਪੂਰਾ ਕਰ ਲਿਆ ਜਾਵੇ। ਅਧਿਕਾਰੀਆਂ ਨੂੰ ਆਸ ਹੈ ਕਿ ਇੱਥੇ ਰਹਿਣ ਵਾਲੇ ਸਾਰੇ ਲੋਕ, ਹੈਲਥ ਵਰਕਰਸ ਅਤੇ ਹੋਰ ਸਟਾਫ ਨੂੰ 21 ਜਨਵਰੀ ਤੋਂ ਪਹਿਲਾਂ ਇਹ ਵੈਕਸੀਨੇਸ਼ਨ ਲਗਾ ਦਿੱਤੀ ਜਾਵੇਗੀ।
ਹੁਣ ਤੱਕ ਪ੍ਰੋਵਿੰਸ ਦੇ ਵਿੱਚ 50,000 ਲੋਕਾਂ ਨੂੰ ਇਹ ਵੈਕਸੀਨ ਲਗਾਈ ਜਾ ਚੁੱਕੀ ਹੈ। ਕੁਝ ਹੈਲਥ ਵਰਕਰਸ ਨੂੰ ਕੋਰੋਨਾ ਦੇ ਟੀਕੇ ਦੀ ਦੂਜੀ ਖੁਰਾਕ ਜਾਨੀ ਕਿ ਡੋਜ਼ ਵੀ ਦਿੱਤੀ ਗਈ ਹੈ ਤੇ ਕੁਝ ਨੂੰ ਇਸ ਹਫ਼ਤੇ ਮਿਲਣ ਜਾ ਰਹੀ ਹੈ। ਦੱਸ ਦਈਏ ਕਿ ਫਾਈਜ਼ਰ, ਬਾਇਓਟੈਕ ਅਤੇ ਮੋਡਰਨਾ ਦੀਆਂ ਦੋਵੇਂ ਖੁਰਾਕਾਂ 21 ਅਤੇ 28 ਦਿਨਾਂ ਵਿਚਕਾਰ ਲਗਾਈਆਂ ਜਾਂਦੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ 3 ਜਨਵਰੀ ਤੱਕ 24 ਲੌਂਗ ਟਰਮ ਕੇਅਰ ਹੋਮਸ ਨੂੰ ਕੋਰੋਨਾ ਟੀਕਿਆਂ ਦੀ 3000 ਖੁਰਾਕਾਂ ਦੀ ਬੈਚ ਭੇਜੀ ਜਾ ਚੁੱਕੀ ਹੈ ਅਤੇ 6 ਜਨਵਰੀ ਤੱਕ 4000 ਹੋਰ ਖੁਰਾਕਾਂ ਆ ਜਾਣਗੀਆਂ। ਸੂਬੇ ਨੇ ਮੋਡਰਨਾ ਦੀ ਕੋਰੋਨਾ ਵੈਕਸੀਨ ਦੀਆਂ 53000 ਡੋਜ਼ਸ 30 ਦਸੰਬਰ ਨੂੰ ਹਾਸਲ ਕਰ ਲਈਆਂ ਸਨ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਅਜੇ ਵੀ ਇਸ ਗੱਲ ਦੇ ਉੱਪਰ ਅੜੇ ਹੋਏ ਹਨ ਕਿ ਇਹਨਾਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਉਹਨਾਂ ਦੀ ਹਾਰ ਨਹੀਂ ਹੋਈ ਬਲਕਿ ਉਹਨਾਂ ਦੇ ਨਾਲ ਧੋਖਾ ਹੋਇਆ ਹੈ। ਸੋ ਅਮਰੀਕਾ ਦੇ ਉਪ ਰਾਸ਼ਟਰਪਤੀ ਪੇਂਸ ਵੱਲੋਂ ਉਹਨਾਂ ਨੂੰ ਇੱਕ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਕੋਲ ਕੋਈ ਵੀ ਅਜਿਹਾ ਅਧਿਕਾਰ ਨਹੀਂ ਕਿ ਉਹ ਇਹਨਾਂ ਨਤੀਜਿਆਂ ਨੂੰ ਬਦਲ ਦੇਣ। ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਸਨ। ਇਸ ਤੋਂ ਬਾਅਦ ਨਤੀਜੇ ਆਉਣ ਦੇ ਉੱਪਰ ਜੋ ਬਾਈਡਨ ਨੂੰ ਜੇਤੂ ਕਰਾਰ ਦਿੱਤਾ ਗਿਆ। ਪਰ ਅਜੇ ਤੱਕ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਹਾਰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹਨ। ਉਹਨਾਂ ਵੱਲੋਂ ਹਰ ਤਰੀਕਾ ਅਪਣਾਇਆ ਜਾ ਰਿਹਾ ਹੈ ਤਾਂ ਕਿ ਇੱਥੇ ਨਤੀਜਿਆਂ ਨੂੰ ਪਲਟ ਦਿੱਤਾ ਜਾਵੇ। ਪਰ ਇਸ ਦਾ ਜਵਾਬ ਪੈਂਸ ਨੇ ਟਰੰਪ ਨੂੰ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਟਰੰਪ ਦੇ ਕੋਲ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਦੀ ਕੋਈ ਸ਼ਕਤੀ ਨਹੀਂ ਹੈ। ਜੀ ਹਾਂ, ਉਹਨਾਂ ਕਿਹਾ ਕਿ ਜੋ ਬਾਈਡਨ ਦੀ ਜਿੱਤ ਨੂੰ ਚੁਣੌਤੀ ਦੇਣ ਦੇ ਲਈ ਟਰੰਪ ਕੋਲ ਕੋਈ ਵੀ ਜ਼ਰੂਰੀ ਸ਼ਕਤੀਆਂ ਨਹੀਂ ਹਨ। ਹਾਲਾਂਕਿ ਟਰੰਪ ਇਸ ਗੱਲ ਤੇ ਲਗਾਤਾਰ ਜ਼ੋਰ ਦਿੰਦੇ ਆਏ ਹਨ ਕਿ ਬਾਈਡਨ ਦੀ ਜਿੱਤ ਨੂੰ ਚੁਣੌਤੀ ਦੇਣ ਦੀਆਂ ਉਪ ਰਾਸ਼ਟਰਪਤੀ ਕੋਲ ਸ਼ਕਤੀਆਂ ਹਨ। ਰਾਸ਼ਟਰਪਤੀ ਚੋਣ ਦੇ ਵਿੱਚ ਜੇਤੂ ਯਕੀਨੀ ਕਰਨ ਦੇ ਲਈ ਦੇਰ ਰਾਤ ਅਮਰੀਕੀ ਸੰਸਦ ਮੈਂਬਰ ਦੇ ਸਾਂਝੇ ਇਜਲਾਸ ਦੀ ਬੈਠਕ ਹੋਣੀ ਹੈ। ਉਪ ਰਾਸ਼ਟਰਪਤੀ ਪੈਂਸ ਸੈਨੇਟ ਦੀ ਪ੍ਰਧਾਨਗੀ ਕਰਨਗੇ। ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਨੇ ਟਰੰਪ ਨੂੰ ਇਲੈਕਟੋਰਲ ਕਾਲਜ ਦੇ ਵਿੱਚ 232 ਦੇ ਮੁਕਾਬਲੇ 306 ਵੋਟਾਂ ਦੇ ਨਾਲ ਹਰਾਇਆ ਹੈ। ਹਾਲਾਂਕਿ ਇਸ ਦੇ ਬਾਵਜੂਦ ਰਿਪਬਲਿਕਨ ਪਾਰਟੀ ਦੇ ਟਰੰਪ ਹਾਰ ਮੰਨਣ ਦੇ ਲਈ ਅਜੇ ਵੀ ਤਿਆਰ ਨਹੀਂ। ਉਹ ਵਾਰ-ਵਾਰ ਰਾਸ਼ਟਰਪਤੀ ਚੋਣਾਂ ਦੇ ਵਿੱਚ ਧੋਖਾ ਹੋਣ ਦਾ ਦਾਅਵਾ ਕਰ ਰਹੇ ਹਨ। ਹਾਲਾਂਕਿ ਹਾਲੇ ਤੱਕ ਉਹਨਾਂ ਨੇ ਇਸ ਸੰਬੰਧੀ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤਾ। ਜੋ ਪੈਂਸ ਵੱਲੋਂ ਟਰੰਪ ਨੂੰ ਕੀਤਾ ਗਿਆ ਹੈ, ਇਸ ਦੇ ਉੱਪਰ ਵੀ ਟਰੰਪ ਨੇ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਫਰਜ਼ੀ ਹੈ। ਪੈਂਸ ਨੇ ਕਦੇ ਵੀ ਅਜਿਹਾ ਨਹੀਂ ਕਿਹਾ। ਉਹ ਅਜੇ ਵੀ ਇਸ ਗੱਲ ਦੇ ਉੱਪਰ ਅੜੇ ਹੋਏ ਹਨ ਕਿ ਪੈਂਸ ਦੇ ਕੋਲ ਨਤੀਜੇ ਬਦਲਣ ਦੀਆਂ ਸ਼ਕਤੀਆਂ ਹਨ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਹੁਣ ਲੱਗਣਗੇ ਮਾਂ-ਬਾਪ ਦੇ ਕੈਨੇਡਾ ਦੇ ਵੀਜ਼ੇ, 30,000 ਅਰਜ਼ੀਆਂ ਹੋਣਗੀਆਂ ਸਵੀਕਾਰ। ਟਰੰਪ ਸਮਰਥਕਾਂ ਨੇ ਘੇਰੀ ਯੂਐਸ ਕੈਪੀਟੋਲ, ਪੁਲਿਸ ਦੇ ਨਾਲ ਭਿੜ ਕੇ ਪਹੁੰਚੇ ਅੰਦਰ। ਅਮਰੀਕਾ ਦੇ ਵਿੱਚ ਮਿਲੀ ਕਿਸਾਨਾਂ ਨੂੰ ਵੱਡੀ ਸਪੋਰਟ, ਅਮਰੀਕੀ ਸਪੀਕਰ ਨੇ ਪ੍ਰਦਰਸ਼ਨ ਦਾ ਕੀਤਾ ਸਮਰਥਨ। ਵੈਨਕੂਵਰ ਦੇ ਵਿੱਚ ਹਥਿਆਰ ਲੈ ਕੇ ਘੁੰਮ ਰਿਹਾ ਸੀ ਵਿਅਕਤੀ, ਪੁਲਿਸ ਨੇ ਚਲਾਈ ਗੋਲੀ, ਹੋਈ ਵਿਅਕਤੀ ਦੀ ਮੌਤ। ਸਾਬਕਾ ਲਿਬਰਲ ਐਮਪੀ ਦੀ ਟਲੀ ਪੇਸ਼ੀ, ਰਾਜ ਗਰੇਵਾਲ ਦੀ ਅਗਲੇ ਮਹੀਨੇ ਹੋਵੇਗੀ ਸੁਣਵਾਈ। ਓਨਟਾਰੀਓ ਦੇ ਵਿੱਚ ਹੋਵੇਗੀ ਹੋਰ ਸਖਤੀ, ਜਾਣੋ ਕੈਨੇਡਾ ਦੇ ਕੋਰੋਨਾ ਹਾਲਾਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।